ਦਰੋਣ ਅਕੈਡਮੀ ਚੈਨਲ 'ਤੇ ਸਾਰੇ ਕੈਂਡੀਡੇਟਸ ਦਾ ਸਵਾਗਤ ਹੈ। ਸੋ ਸਾਰੇ ਕੈਂਡੀਡੇਟਸ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਕੰਗ੍ਰੈਚੁਲੇਸ਼ਨਸ ਦੇਣਾ ਚਾਹੂੰਗਾ। ਜਿਹੜੇ ਵੀ 66-35 ਦੇ ਕੈਂਡੀਡੇਟ ਸੀ, ਕਾਫੀ ਦਿਨਾਂ ਤੋਂ ਵੇਟਿੰਗ ਦਾ ਇੰਤਜ਼ਾਰ ਕਰ ਰਹੇ ਸੀ, ਵੇਟ ਕਰ ਰਹੇ ਸੀ ਕਿ ਆਪਾਂ ਨੂੰ ਲਿਸਟ ਕਦੋਂ ਦੇਖਣ ਨੂੰ ਮਿਲੇਗੀ ਜਾਂ ਕਿ ਲਿਸਟ ਕਿਉਂ ਨਹੀਂ ਪੈ ਰਹੀ। ਸੋ ਪਰੰਤੂ ਇੱਕ ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ, ਮੈਨੂੰ ਇਹ ਇੰਨੀ ਜ਼ਿਆਦਾ ਖੁਸ਼ੀ ਨਹੀਂ ਹੋ ਰਹੀ ਇਹ ਲਿਸਟ ਦੇਖ ਕੇ, ਕਿਉਂਕਿ ਜਿਹੜੇ ਵੀ ਕੈਂਡੀਡੇਟ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਸੀ ਕਿ ਲਗਭਗ 1200 ਤੋਂ 1300 ਕੈਂਡੀਡੇਟ ਦੀ ਜਿਹੜੀ ਲਿਸਟ ਆਣੀ ਸੀ, ਠੀਕ ਹੈ, ਪਰੰਤੂ ਉਹ ਲਿਸਟ 1300 ਕੈਂਡੀਡੇਟਸ ਦੀ ਨਾ ਆ ਕੇ ਲਗਭਗ 600 ਤੋਂ 700 ਕੈਂਡੀਡੇਟਸ ਦੇ ਵਿਚਕਾਰ ਲਿਸਟ ਆਈ ਹੈ। ਸੋ ਲਗਭਗ ਮੈਂ ਅਪਰੋਕਸ ਕਹਿ ਰਿਹਾ, ਕਿਉਂਕਿ ਇਸ ਦਾ ਵੀ ਹਜੇ ਕੋਈ ਪੱਕਾ ਡਾਟਾ ਨਹੀਂ ਮਿਲਿਆ, ਪਰੰਤੂ ਲਗਭਗ 600 ਤੋਂ 700 ਕੈਂਡੀਡੇਟਸ ਦੀ ਹੀ ਲਿਸਟ ਇਹਦੇ ਵਿੱਚ ਹੁਣ ਜਿਹੜੀ ਇਹ ਪਈ ਹੈ, ਜਿਹਦੇ ਵਿੱਚ ਗੈਸ ਲਗਾਇਆ ਜਾ ਰਿਹਾ ਹੈ ਕਿ 300 ਜਿਹੜੀ ਸੀਟਾਂ ਨੇ ਇਸ ਦੇ ਵਿੱਚੋਂ ਜਨਰਲ ਕੈਟਾਗਰੀ ਨੂੰ ਦਿੱਤੀਆਂ ਨੇ, ਅਤੇ ਜਿਹੜੀ ਹੋਰ 300 ਤੋਂ ਜਿਹੜੀ 400 300 ਤੋਂ 400 ਜਿਹੜੀ ਰਹਿ ਗਈਆਂ ਨੇ ਵੈਕੈਂਸੀਆਂ, ਉਹ ਅਦਰ ਕੈਟਾਗਰੀਜ਼ ਨੂੰ ਦਿੱਤੀਆਂ ਗਈਆਂ ਨੇ, ਜਿਹੜੀਆਂ ਵੀ ਹੋਰ ਬਾਕੀ ਕੈਟਾਗਰੀ ਰਹਿ ਗਈਆਂ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਸਿਸਟਮ ਇਹਨਾਂ ਨੇ ਕੀਤਾ ਹੈ, ਕੁਝ ਮੈਨੂੰ ਇਸ ਲਿਸਟ ਦੇ ਵਿੱਚ ਟਰਾਂਸਪੇਰੈਂਸੀ ਨਹੀਂ ਦਿਖਾਈ ਦੇ ਰਹੀ ਕਿਸੇ ਵੀ ਸਾਈਡ ਤੋਂ। ਕਿਉਂਕਿ ਦੇਖੋ ਕੈਂਡੀਡੇਟਸ, ਇਹ ਮੈਂ ਅੱਜ ਥੋੜ੍ਹਾ ਜਿਹਾ ਡਿਸਕਸ ਕਰਨਾ ਚਾਹੂँਗਾ। 3-4 ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਕੋਈ ਲਿਸਟ ਵਗੈਰਾ ਅਪਡੇਟ ਕਰਨਗੇ, ਕਿ ਉਹਨਾਂ ਦੀ ਲਿਸਟ ਆਊਟ ਕਰਨਗੇ। ਜਿਵੇਂ ਕਿ ਮੈਂ ਤੁਹਾਨੂੰ ਵੈਬਸਾਈਟ 'ਤੇ ਲੈ ਕੇ ਚੱਲਦਾ, ਦੇਖ ਰਹੇ ਹੋ ਤਾਂ ਇਹ ਜੋ ਤੁਸੀਂ ਵੈਬਸਾਈਟ ਦੇਖ ਰਹੇ ਹੋ, ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਇਸ ਕਿਤੇ ਵੀ ਜਿਹੜੀ ETT 6635 ਹੈ, ਉਸ ਦਾ ਕੋਈ ਵੀ ਸਰਕੂਲਰ ਤੁਸੀਂ ਨਹੀਂ ਦੇਖਿਆ। ਇਹ ਉਹੀ ਸਿਰਫ 6 ਕੈਂਡੀਡੇਟ ਵਾਲੀ ਐਲੀਜੀਬਿਲਟੀ ਵਾਲੀ ਲਿਸਟ ਜਿਹੜੀ ਪਾਈ ਗਈ ਹੈ। ਪਰੰਤੂ ਉਸ ਤੋਂ ਬਾਅਦ ਜੇਕਰ ਤੁਸੀਂ ਇਹ 2 ਨਿਊ ਸਰਕੂਲਰਸ ਆਏ ਨੇ, ਪਰੰਤੂ ਇਹਨਾਂ ਦੇ ਵਿੱਚ ਜੇਕਰ ਤੁਸੀਂ ਦੇਖ ਰਹੇ ਹੋ 6635 ਦਾ ਕੋਈ ਵੀ ਸਰਕੂਲਰ ਹੋਰ ਨਹੀਂ ਹੈ। ਇਹ ਜੇਕਰ ਤੁਸੀਂ ਇਹ ਪਰਟੀਕੂਲਰ 6635 ਦੀ ਅਗਰ ਤੁਸੀਂ ਅਪਡੇਟ ਲੈ ਰਹੇ ਹੋ ਤਾਂ ਇਸ ਦੇ ਵਿੱਚ ਕੁਝ ਨਹੀਂ ਹੈ। ਦੂਜੇ ਪੇਜ 'ਤੇ ਹੁਣ ਮੈਂ ਲੈ ਕੇ ਜਾਣਾ ਜਿਹੜਾ ਇਹ ਪੇਜ ਹੈ, ਇਹ ਪਰਟੀਕੂਲਰ 6635 ਦਾ ਇੱਕ ਜਿਹੜਾ ਅਲੱਗ ਤੋਂ ਉਹਨਾਂ ਨੇ ਪੋਰਟਲ ਵੈਬਸਾਈਟ ਦੇ ਵਿੱਚ ਬਣਾਇਆ ਹੋਇਆ ਹਿੱਸਾ। ਇਸ ਦੇ ਵਿੱਚ ਵੀ ਜਿਹੜੀ 26/4/2023 ਨੂੰ ਲਾਸਟ ਅਪਡੇਟ ਆਈ ਹੋਈ ਹੈ, ਜਿਹੜਾ ਕਿ 6 ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਹੀ ਸਿਰਫ ਐਲੀਜੀਬਿਲਟੀ ਦੀ ਲਿਸਟ ਪਾਈ ਹੋਈ ਹੈ। ਉਸ ਤੋਂ ਪਹਿਲਾਂ ਇਹਨਾਂ ਨੇ ਜਿੰਨੇ ਵੀ, ਮਤਲਬ ਦੇਖ ਰਹੇ ਹੋ ਅਗਰ ਤੁਸੀਂ, ਜਿੰਨੇ ਵੀ ਇਹਨਾਂ ਨੇ ਲਿਸਟਾਂ ਪਾਈਆਂ, ਤੇ ਸਾਰੀ ਦੀ ਸਾਰੀ ਇਹਨਾਂ ਨੇ ਮਤਲਬ ਵੈਬਸਾਈਟ ਦੇ ਉੱਪਰ ਸਾਰੀ ਦੀ ਸਾਰੀਆਂ ਨੂੰ ਪਬਲਿਸ਼ ਕੀਤਾ ਗਿਆ। ਫਿਰ ਜਾ ਕੇ ਇਹ ਅੱਗੇ ਉਹਨਾਂ ਨੂੰ ਆਪਣੇ ਹਰੇਕ ਦੇ ਮਤਲਬ ਜਿਹੜਾ ਲੌਗਇਨ ਕਰਕੇ ਆਪਾਂ ਰਜਿਸਟ੍ਰੇਸ਼ਨ ਤੇ ਪਾਸਵਰਡ ਪਾ ਕੇ ਦੇਖਦੇ ਹਾਂ, ਉਸ ਤੋਂ ਬਾਅਦ ਹੀ ਉਹਨਾਂ ਨੇ ਇੰਡੀਵਿਜੂਅਲ ਦੇ ਲੌਗਇਨ ਦੇ ਵਿੱਚ ਪਾਈਆਂ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਇਹ ਇੱਥੇ ਅਗਰ ਤੁਸੀਂ, ਪਰੰਤੂ ਜਿਹੜੀ ਐਤਕੀ ਲਿਸਟ ਜਿਹੜੀ ਇਹਨਾਂ ਨੇ ਪਾਈ ਹੈ, ਉਹ ਡਾਇਰੈਕਟ ਹੀ ਇੰਡੀਵਿਜੂਅਲ ਲੌਗਇਨ ਦੇ ਵਿੱਚ ਪਾ ਦਿੱਤੀ ਗਈ ਹੈ। ਕਿੰਨਾ ਦੀ ਪਾਈ ਹੈ ਤੇ ਕਿੰਨੇ ਨੰਬਰਾਂ ਤੱਕ ਪਾਈਏ, ਇਸ ਦੇ ਬਾਰੇ ਹਜੇ ਤੱਕ ਕੋਈ ਟਰਾਂਸਪੇਰੈਂਸੀ ਨਹੀਂ ਹੈ। ਸੋ ਸਾਰੇ ਕੈਂਡੀਡੇਟ ਜਿੰਨੇ ਵੀ ਹੈਗੇ ਨੇ, ਭਾਵੇਂ ਜਨਰਲ ਦੇ ਨੇ ਜਾਂ ਅਦਰ ਕੈਟਾਗਰੀਜ਼ ਦੇ ਨੇ, ਸਾਰੇ ਮੈਨੂੰ ਇਹ ਜ਼ਰੂਰ ਦੱਸਿਓ ਕਿ ਕਿੰਨੇ ਨੰਬਰ ਵਾਲਾ ਦਾ ਕੀ ਸਟੇਟਸ ਹੈ। ਪਰੰਤੂ ਮੇਰੇ ਹਿਸਾਬ ਨਾਲ ਜੇਕਰ ਮੈਂ ਤੁਹਾਨੂੰ ਦੱਸਣਾ ਚਾਹਾਂ ਤਾਂ ਸਟੇਟਸ ਜਿਹੜਾ ਹੈ, ਸੋ ਜੋ ਸਟੇਟਸ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮਤਲਬ ਲਗਭਗ ਮੇਰਾ ਜਿਹੜਾ ਆਈਡੀਆ ਲਗਾਇਆ ਜਾ ਰਿਹਾ ਸੀ ਕਿ ਉਹ ਜਿਹੜੀ ਜਰਨਲ ਹੈ 60 ਤੱਕ ਦੇ ਵੀ ਕੁਝ ਕੈਂਡੀਡੇਟ ਇਸ ਦੇ ਵਿੱਚ ਆ ਸਕਦੇ ਸੀ, ਜੇਕਰ ਇਹ ਪੂਰੇ ਦੇ ਪੂਰੇ 12 ਤੋਂ 1300 ਜਿਹੜੇ ਕੈਂਡੀਡੇਟ ਸੀ ਜਿਹੜੇ ਉਹ ਆ ਸਕਦੇ, ਅਤੇ ਬਾਕੀ ਹੋਰ ਕੈਟਾਗਰੀਜ਼ ਵੀ 2-2 ਨੰਬਰ, ਲਗਭਗ 2-2 ਜਾਂ 3-3 ਨੰਬਰ ਡਾਊਨ ਜਾ ਸਕਦੀ ਸੀ, ਜਿਹੜੀ ਕਿ ਮੈਂ ਪਿਛਲੀ ਉਸ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੈਰਿਟ ਬਾਰੇ ਅਪਡੇਟ ਦਿੱਤੀ ਸੀ। ਪਰੰਤੂ ਹੁਣ ਅੱਜ ਦੀ ਜਿਹੜੀ ਸਟੇਟਸ ਹੈ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ, ਲਗਭਗ 64 ਤੱਕ ਦੇ ਕੈਂਡੀਡੇਟ, ਜਾਂ ਕੁਝ ਕਹਿ ਸਕਦੇ ਹੋਗੇ 63 ਦੇ ਵੀ ਕੈਂਡੀਡੇਟ, ਕੁਝ ਜਿਹੜੇ ਨੇ ਜਿਹੜੇ ਏਜ ਦੇ ਵਿੱਚ ਵੱਡੇ ਨੇ, ਉਹ ਕੁਝ ਸਿਲੈਕਸ਼ਨ ਹੋਈ ਹੈ ਜਨਰਲ ਕੈਟਾਗਰੀ ਦੀ, ਅਤੇ ਜਿਹੜੇ ਹੋਰ ਡਿਫਰੈਂਟ ਕੈਟਾਗਰੀਆਂ ਨੇ ਉਹਨਾਂ ਦੀ ਵੀ 58 ਜਾਂ 59 ਤੋਂ, ਜਿਵੇਂ SC RO ਹੈ, ਇਹਨਾਂ ਦੀ BC ਹੈ, ਜਿਵੇਂ ਇਹਨਾਂ ਦੀ ਇੱਥੇ ਤੱਕ ਗਈ ਹੈ, ਅਤੇ ਜਿਹੜੀ SC RO ਨੇ ਹੁਣ, ਸੋ ਡਿਫਰੈਂਟ ਕੈਟਾਗਰੀ ਦੀ ਇੱਕ ਜਾਂ ਦੋ ਜਿਹੜੇ ਹੈ ਨੰਬਰ ਨੇ ਜਿਹੜੇ ਉਹਨਾਂ ਦੀ ਡਾਊਨ ਕੈਟਾਗਰੀ ਗਈ ਹੈ। ਪਰੰਤੂ ਜੇਕਰ ਤੁਸੀਂ ਇੱਕ ਚੀਜ਼ ਨੂੰ ਦੇਖਣਾ ਚਾਹੋ ਤਾਂ ਕਿਉਂ ਇਹਨਾਂ ਨੇ ਇਹ ਬਾਰ-ਬਾਰ ਡਿਲੇ ਤੋਂ ਡਿਲੇ ਕਰਦੇ ਜਾ ਰਹੇ ਨੇ, ਜਦੋਂ ਕਿ 1200-1300 ਜਿਹੜੀ ਪੋਸਟਾਂ ਸੀ ਉਹ ਕਿਉਂ ਨਹੀਂ ਇਹਨਾਂ ਨੇ ਇੱਕ ਵਾਰ ਦੇ ਵਿੱਚ ਹੀ ਫਿਲ ਕੀਤੀਆਂ। ਜਾਂ ਤਾਂ ਇਸ ਤੋਂ ਆਪਾਂ 2 ਚੀਜ਼ਾਂ ਦਾ ਗੈਸ ਕਰ ਸਕਦੇ ਹਾਂ, ਜਾਂ ਤਾਂ ਉਹ ਜਿਹੜੀ ਅਦਰਸ ਕੈਟਾਗਰੀ ਨੇ, ਜਿਵੇਂ ਕਿ BC ਹੈ ਅਤੇ SC ਹੈ, ਇਹਨਾਂ ਦੇ ਕੈਂਡੀਡੇਟਸ ਘੱਟ ਪੈ ਰਹੇ ਹੋਣਗੇ,
ਜਾਂ ਤਾਂ ਉਹਨਾਂ ਨੂੰ ਇਹ ਦੁਬਾਰਾ ਉਹਨਾਂ ਦੀ ਸਕਰੂਟਨੀ ਕਰਵਾਉਣ ਦੇ ਚੱਕਰ ਦੇ ਵਿੱਚ ਨੇ ਕਿ ਇਹਨਾਂ ਦੀ ਦੁਬਾਰਾ ਸਕਰੂਟਨੀ ਹੋਵੇਗੀ। ਅਦਰਸ ਕੈਟਾਗਰੀ ਐਕਸੈਪਟ ਜਨਰਲ ਤੋਂ ਅਦਰ ਕੈਟਾਗਰੀਜ਼ ਨੇ ਜਿਹੜੀਆਂ ਜਿਵੇਂ BC ਜਾਂ SC ਨੇ ਉਹਨਾਂ ਦੀਆਂ ਜਾਂ ਹੋਰ ਵੀ ਡਿਫਰੈਂਟ ਕੈਟਾਗਰੀਆਂ ਨੇ ਉਹਨਾਂ ਦੀ ਸਕਰੂਟਨੀ ਕਰਵਾਏਗੀ ਅਤੇ ਫਿਰ ਜਿਹੜੀ ਵੇਟਿੰਗ ਵਗੈਰਾ ਲਿਸਟ ਲਾ ਰਹੇ ਨੇ ਜਾਂ ਹੋਰ ਵੀ ਜਿਹੜੀ ਬਚ ਜਾਣਗੇ ਤਾਂ ਉਹਨਾਂ ਨੂੰ ਫਿਰ ਦੁਬਾਰਾ ਪੂਰਿਆਂ ਦੇ ਪੋਰਟਲ ਵਿੱਚ ਅਪਡੇਟ ਕਰਕੇ ਇੰਡੀਵਿਜੂਅਲ ਲੋਗਿਨ ਦੇ ਵਿੱਚ ਅਪਡੇਟ ਕਰਕੇ ਇਹਨਾਂ ਨੂੰ ਜੁਆਇਨਿੰਗ ਕਰਵਾਏਗੀ। ਸੋ ਜਿੱਦਾਂ ਹੀ ਮੇਰੇ ਕੋਲ ਇਸ ਬਾਰੇ ਕੋਈ ਵੀ ਅਪਡੇਟ ਮਿਲੇਗੀ ਤਾਂ ਮੈਂ ਕੋਸ਼ਿਸ਼ ਕਰੂੰਗਾ ਫਟਾਫਟ ਤੁਹਾਡੇ ਜਿੱਦਾਂ ਹੀ ਮੈਨੂੰ ਅਪਡੇਟ ਮਿਲੇਗੀ ਤਾਂ ਮੈਂ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰੂੰਗਾ। ਅਤੇ ਜਿਹੜੇ ਵੀ ਕੈਂਡੀਡੇਟਸ ਮੈਨੂੰ ਨਾ ਭੁੱਲਣਾ ਕਿ ਆਪਣੇ ਆਪਣੇ ਮਾਰਕਸ ਅਤੇ ਕੈਟਾਗਰੀ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ। ਅਤੇ ਮੈਂ 3-4 ਦਿਨਾਂ ਤੋਂ ਇਹੀ ਵੇਟ ਕਰ ਰਿਹਾ ਸੀ ਕਿ ਸ਼ਾਇਦ ਉਹ ਕੋਈ ਲਿਸਟ ਪਾਉਣਗੇ ਇਹਦੇ ਉੱਪਰ ਤਾਂ ਕਿ ਇਹ ਸਾਰਿਆਂ ਨਾਲ ਸਾਂਝੀ ਕਰ ਸਕੇ ਕਿ ਕਿੰਨੇ ਮਾਰਕਸ ਤੇ ਕਿਹੜੀ ਕੈਟਾਗਰੀ ਦੇ ਗਈ ਹੈ। ਪਰੰਤੂ ਮੈਂ ਅੱਜ ਵੀ ਕਹਿ ਰਿਹਾ ਜੇ 1200 ਤੋਂ 1300 ਜਿਹੜੀ 1200 ਤੋਂ 1300 ਜਿਹੜੀ ਕੈਂਡੀਡੇਟ ਦੀ ਪੂਰੀ ਕੈਂਡੀਡੇਟ ਅਗਰ ਇਹ ਜੁਆਇਨਿੰਗ ਕਰਨਗੇ ਤਾਂ ਇਸ ਦੇ ਵਿੱਚ 66-35 ਦੇ ਕੈਂਡੀਡੇਟ ਤਾਂ ਦੇਖੋ ਲਗਭਗ ਜਿਨ੍ਹਾਂ ਨੂੰ ਮੈਂ ਕਿਹਾ ਸੀ 60 ਤੱਕ ਦੇ ਜ਼ਰੂਰ ਇਸ ਦੇ ਕੈਟਾਗਰੀ ਦੇ ਵਿੱਚ ਸੈੱਟ ਹੋ ਜਾਣਗੇ। ਪਰੰਤੂ ਜੇਕਰ ਗੱਲ ਆਪਾਂ 59-94 ਦੀ ਕਰਦੇ ਹਾਂ ਤਾਂ ਇਹਨਾਂ ਦਾ ਸਭ ਤੋਂ ਵੱਡਾ ਫਾਇਦਾ ਹੈ ਜਿਹੜਾ 59-94 ਜਾਂ ਫਿਰ ਜਿਹੜੀ 23-64 ਆਪਣੀ ਭਰਤੀ ਹੈ ਉਸ ਬਾਰੇ ਵੀ ਮਤਲਬ ਇਹਨਾਂ ਨੂੰ ਵੀ ਦੋਵਾਂ ਨੂੰ ਫਾਇਦਾ ਹੋਣ ਜਾ ਰਿਹਾ ਹੈ। ਸੋ ਇਹਦੀ ਵੀ ਹੁਣ ਲਗਭਗ 18 ਮਈ ਆਈ ਥਿੰਕ 18 ਜਿਹੜੀ ਮਈ ਹੈ ਉਹ ਇਸ ਦੀ ਡੇਟ ਦਿੱਤੀ ਗਈ ਹੈ 23-64 ਦੀ। ਸੋ ਲਗਭਗ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜਾ ਹੈ ਇਸ ਤਰੀਕ ਨੂੰ ਇਸ ਦੇ ਵੀ ਕੰਪਲੀਟ ਸੁਣਵਾਈ ਖਤਮ ਕਰਨ ਦੀ ਜਿਹੜੀ ਹੈ ਉਹ ਮੁਹਿੰਮ ਚੱਲ ਰਹੀ ਹੈ ਕਿ ਇਸ ਨੂੰ ਇਸ ਦਾ ਕਲੀਅਰ ਚਿੱਟ ਇਸ ਭਰਤੀ ਨੂੰ ਮਿਲ ਜਾਵੇਗੀ 66 ਜਿਹੜੀ 23-64 ਹੈ। ਅਤੇ ਇਸ ਤੋਂ ਬਾਅਦ ਹੋਰ ਜਿਹੜੀ 59-94 ਵਾਲੀ ਕੈਂਡੀਡੇਟ ਨੇ ਉਹਨਾਂ ਨੂੰ ਹੋਰ ਵੀ ਇਹਦਾ ਬੈਨੀਫਿਟ ਹੋਵੇਗਾ ਕਿਉਂਕਿ ਲਗਭਗ ਜੇਕਰ ਇਸ ਦੇ ਵਿੱਚ 600 B.Ed ਕੈਂਡੀਡੇਟ ਵੀ ਇੰਕਲੂਡ ਕਰ ਲੈਣ ਤਾਂ ਘੱਟੋ ਘੱਟ 1500-1600 ਕੈਂਡੀਡੇਟ ਦਾ ਇਹਨਾਂ ਨੂੰ ਫਾਇਦਾ ਹੋਣ ਜਾ ਰਿਹਾ 59-94 ਨੂੰ। ਅਤੇ 600 ਕੈਂਡੀਡੇਟ ਉਹਦੇ ਵਿੱਚ ਚਲੇ ਜਾਣਗੇ ਤਾਂ ਲਗਭਗ 2-2.5 ਹਜ਼ਾਰ ਦੇ ਨੇੜੇ ਜਿਹੜੇ ਵੀ ਕੈਂਡੀਡੇਟ ਨੇ ਨਾ ਉਹ ਇਸ ਦੇ ਵਿੱਚੋਂ ਮਾਈਨਸ ਹੋ ਜਾਣਗੇ। ਸੋ ਇਹਨਾਂ ਤਰੀਕਿਆਂ ਨਾਲ ਜਿਵੇਂ ਕਿ ਜਦੋਂ ਮੈਂ 59-94 ਕੈਂਡੀਡੇਟਸ ਦੀ ਇੱਕ ਮੈਰਿਟ ਲਿਸਟ ਬਣਾਈ ਸੀ ਤਾਂ ਉਸ ਟਾਈਮ ਵੀ ਮੈਨੂੰ ਕੈਂਡੀਡੇਟ ਕਹਿ ਰਹੇ ਸੀ ਕਿ ਸਰ ਤੁਸੀਂ ਇੰਨੀ ਡਾਊਨ ਕਿਵੇਂ ਮੈਰਿਟ ਬਣਾ ਸਕਦੇ ਹੋ। ਇਹ ਫੈਕਟਸ ਨੇ ਸਾਰੀ ਭਰਤੀਆਂ ਹੋਣਗੀਆਂ ਪਰੰਤੂ 59-94 ਦੇ ਉੱਪਰ ਜਿਹੜੀ ਰਿਟ ਲੱਗੀ ਹੋਈ ਹੈ ਗੌਰਮੈਂਟ ਉਸ ਨੂੰ ਵੀ ਛੇਤੀ ਹੀ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰੰਤੂ ਜਿੱਦਾਂ ਹੀ ਇਹ ਰਿਟ ਕਲੀਅਰ ਹੋਏਗੀ ਇਸ ਦੇ ਕੋਈ ਵੀ ਅਪਡੇਟ ਮਿਲੇਗੀ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ। ਸੋ ਹੁਣ ਜਿਹੜੀ ਹੈ 59-94 ਇਹਦੀ ਜਿਹੜੀ ਅਗਲੀ ਸੁਣਵਾਈ ਹੈ ਉਹ ਆਪਣੀ ਜੁਲਾਈ ਮਹੀਨੇ ਦੇ ਵਿੱਚ ਹੈ। ਸੋ ਜੁਲਾਈ ਦੇ ਹਜੇ ਲਗਭਗ 1.5 ਮਹੀਨਾ ਪਿਆ ਇਸ ਦਾ ਅਤੇ ਆਈ ਹੋਪ ਕਿ ਸਾਰੇ ਦੇ ਸਾਰੇ ਕੈਂਡੀਡੇਟਸ ਨੇ ਜਿਹੜੇ ਵੇਟ ਤਾਂ ਕਰਨਾ ਹੀ ਪਏਗਾ ਜੇਕਰ ਸਰਕਾਰ ਨੇ ਇਸ ਬਾਰੇ ਪਹਿਲਾਂ ਸੁਣਵਾਈ ਨਹੀਂ ਕੀਤੀ। ਸੋ ਜਿਹੜੇ ਕੈਂਡੀਡੇਟਸ ਨੂੰ ਮਿਲ ਚੁੱਕੀਆਂ ਨੇ ਤਾਂ ਇਹਨਾਂ ਨੂੰ ਛੇਤੀ ਤੋਂ ਛੇਤੀ ਜੁਆਇਨਿੰਗ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਹੁਣ ਜਿਨ੍ਹਾਂ ਨੂੰ ਪੋਰਟਲ ਦੇ ਵਿੱਚ ਹੋ ਗਿਆ ਤੇ ਐਲੀਜੀਬਲ ਫਟਾਫਟ ਕਰਨਗੇ। ਸੋ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਆਲ ਦਾ ਬੈਸਟ ਕੈਂਡੀਡੇਟਸ। ਪਰੰਤੂ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੂੰਗਾ ਕਿ ਜਿਹੜੇ ਕੈਂਡੀਡੇਟਸ ਕੁਝ ਕੈਂਡੀਡੇਟ ਇੱਦਾਂ ਵੀ ਨੇ ਜਿਨ੍ਹਾਂ ਦਾ ਵਿਦ ਹੈਲਡ ਕਲੀਅਰ ਵੀ ਹੋ ਚੁੱਕਿਆ ਹੈ ਜਾਂ ਜਿਨ੍ਹਾਂ ਦੇ ਸਾਰਾ ਸਿਸਟਮ ਸੈੱਟ ਹੈ ਪਰੰਤੂ ਉਹਨਾਂ ਦਾ ਹਜੇ ਵੀ ਕੁਝ ਫਾਰਮ ਹੈ ਜਿਨ੍ਹਾਂ ਦਾ ਖੋਲ੍ਹ ਰਹੇ ਨੇ ਤਾਂ ਕਲੋਜ਼ਡ ਸ਼ੋ ਹੋ ਰਿਹਾ ਹੈ ਉਹਨਾਂ ਦਾ ਹਜੇ ਵੀ ਕੋਈ ਅਪਡੇਟ ਨਹੀਂ ਉਹਨਾਂ ਵਾਸਤੇ ਆਈ ਹੈ। ਕੁਛ ਦਾ ਤਾਂ ਅਪਡੇਟ ਹੋ ਚੁੱਕਿਆ ਹੈ ਲੇਕਿਨ ਕੁਝ ਕੈਂਡੀਡੇਟ ਹਜੇ ਵੀ ਇੱਥੇ ਹੀ ਬੈਠੇ ਨੇ ਜਿਨ੍ਹਾਂ ਨੂੰ ਐਲੀਜੀਬਲ ਵੀ ਕਰ ਦਿੱਤਾ ਪਰ ਗਿਆ ਸਟੇਟਸ ਤਾਂ ਉਹਨਾਂ ਦਾ ਐਲੀਜੀਬਲ ਸ਼ੋ ਹੋ ਰਿਹਾ ਪਰੰਤੂ ਸਿਲੈਕਟਡ ਨਹੀਂ ਆ ਰਿਹਾ ਉਹਨਾਂ ਦੇ ਉੱਪਰ। ਸੋ ਆਈ ਹੋਪ ਉਹਨਾਂ ਦਾ ਵੀ ਗੌਰਮੈਂਟ ਛੇਤੀ ਤੋਂ ਛੇਤੀ ਦੇਖੇਗੀ ਕਿ ਕਿਵੇਂ ਇਹਨਾਂ ਦਾ ਕਰਨਾ ਹੈ ਅਤੇ ਸਾਰਿਆਂ ਨੂੰ ਫਟਾਫਟ ਕਿਸੇ ਨਾ ਸਾਰਿਆਂ ਨੂੰ ਆਪਣੇ ਆਪਣੇ ਸਕੂਲਾਂ ਦੇ ਵਿੱਚ ਜੁਆਇਨਿੰਗ ਕਰਾਏਗੀ। ਸੋ ਆਲ ਦਾ ਬੈਸਟ ਕੈਂਡੀਡੇਟ। ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਆਲ ਦਾ ਬੈਸਟ ਕੈਂਡੀਡੇਟਸ। ਥੈਂਕ ਯੂ।